ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਮਨਜੋਤ ਸਿੰਘ। ਅੱਜ ਦੇ ਵਿਸ਼ੇਸ਼ ਬੁਲੇਟਿਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਦੇਸ਼ ਵਿੱਚ ਕਰੋਨਾ ਸੰਕਟ, ਕੇਂਦਰ ਦੇ ਰਾਜਾਂ ਨੂੰ ਨਿਰਦੇਸ਼, ਤਿਆਰੀ ਰੱਖੋ। ਸਕੂਲ ਸਾਹਮਣੇ ਬੱਚਾ ਥਾਰ ਨਾਲ ਟਕਰਾਇਆ, ਵੀਡੀਓ ਆਈ ਸਾਹਮਣੇ। ਹੁਣ ਮਥੁਰਾ 'ਚ ਸਰਵੇ ਦਾ ਹੁਕਮ, ਮਸਜਿਦ ਦੇ ਹੇਠਾਂ ਮੰਦਰ ਹੋਣ ਦਾ ਦਾਅਵਾ, ਗਿਆਨਵਾਪੀ ਮਸਜਿਦ ਦੀ ਤਰਜ਼ ਤੇ ਹੋਵੇਗਾ ਸਰਵੇਖਣ। ਭਾਰਤ ਜੋੜੋ ਯਾਤਰਾ ਪਹੁੰਚੀ ਦਿੱਲੀ, ਰਾਹੁਲ ਬੋਲੇ ਨਫ਼ਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ ਖੋਲ੍ਹਣ ਆਏ ਹਾਂ। ਅੰਮ੍ਰਿਤਸਰ ਨਾਂਦੇੜ ਸਾਹਿਬ ਉਡਾਣ ਮੁੜ ਸ਼ੁਰੂ ਕੀਤੀ ਜਾਵੇ, ਹਰਸਿਮਰਤ ਕੌਰ ਬਾਦਲ। ਹੁਣ ਖਬਰਾਂ ਵਿਸਥਾਰ 'ਚ। ਦੇਸ਼ 'ਚ ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਅਲਰਟ ਤੇ ਹੈ। ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਪੱਤਰ ਭੇਜਿਆ ਹੈ। ਇਸ 'ਚ ਲਿਖਿਆ ਹੈ ਕਿ ਦੇਸ਼ 'ਚ ਕੋਰੋਨਾ ਦੀ ਰਫ਼ਤਾਰ ਧੀਮੀ ਹੈ, ਪਰ ਆਉਣ ਵਾਲੀ ਚੁਣੌਤੀ ਲਈ ਸਾਨੂੰ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ। ਮੰਤਰਾਲੇ ਨੇ ਸਾਰੇ ਰਾਜਾਂ ਨੂੰ ਇਹ ਧਿਆਨ ਰੱਖਣ ਲਈ ਨਿਰਦੇਸ਼ ਦਿੱਤੇ ਹਨ ਕਿ ਆਕਸੀਜਨ ਦੀ ਸਪਲਾਈ ਵਿੱਚ ਕੋਈ ਕਮੀ ਨਾ ਰਹੇ। ਨਾਲ ਹੀ ਵੈਂਟੀਲੇਟਰ ਅਤੇ ਆਕਸੀਜਨ ਸਪਲਾਈ ਕਰਨ ਵਾਲੀਆਂ ਮਸ਼ੀਨਾਂ ਨੂੰ ਚੰਗੀ ਹਾਲਤ ਵਿੱਚ ਰੱਖਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮੰਡਾਵੀਆ ਨੇ ਕਿਹਾ ਹੈ ਕਿ ਚੀਨ, ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ ਅਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਲਈ RT-PCR ਟੈਸਟ ਜ਼ਰੂਰੀ ਹੋਵੇਗਾ। ਜੇਕਰ ਇਹਨਾਂ ਦੇਸ਼ਾਂ ਦੇ ਕਿਸੇ ਯਾਤਰੀਆਂ ਵਿੱਚ COVID-19 ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਟੈਸਟ ਪੋਜ਼ਿਟਿਵ ਆਉਂਦਾ ਹੈ ਤਾਂ ਇਹਨਾਂ ਲੋਕਾਂ ਨੂੰ क्वारंटीन किया जाएगा। देश में कोरोना महामारी न फैले उसको लिए सतर्कता बरतना हमने चालू कर दिया है। जिस तरह से चीन में कोरोना महामारी की भयानकता हम देख रहे हैं, उसको देखते हुए चीन, जापान, दक्षिण कोरिया, हांगकांग, बैंकॉक सभी से आने वाली फ्लाइट पर हम एविएशन मिनिस्ट्री के साथ बातचीत करके तुरंत ही एयर सुविधा पोर्टल का इम्प्लीमेंटेशन करके सभी पैसेंजर को RT-PCR कंपलसरी करेंगे, उसका ट्रेसिंग करना चालू कर देंगे और इंडिया में आने के बाद किसी को बुखार मालूम पड़े या तो टेस्ट पॉजिटिव पाया जाए तो तुरंत ही हम उसको क्वारंटाइन करने के लिए भी आदेश जारी करने जा रहे हैं, ताकि देश को कोविड महामारी के सामने हम बचा सके। ਲੁਧਿਆਣਾ ਦੇ ਸਰਾਭਾ ਨਗਰ ਵਿੱਚ ਸਥਿਤ ਇੱਕ ਸਕੂਲ ਅੱਗੇ ਦਰਦਨਾਕ ਹਾਦਸਾ ਵਾਪਰ ਗਿਆ। ਇੱਕ ਬੱਚਾ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਛੁੱਟੀ ਹੋਣ ਵੇਲੇ ਮਾਪੇ ਬੱਚਿਆਂ ਨੂੰ ਸਕੂਲੋਂ ਲੈਣ ਆਏ ਹੋਏ ਹਨ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਨੇ 5ਵੀਂ ਜਮਾਤ ਦੇ ਵਿਦਿਆਰਥੀ ਨੂੰ ਕੁਚਲ ਦਿੱਤਾ ਹੈ। ਜ਼ਖਮੀ ਬੱਚੇ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ 2 ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਇਹ ਘਟਨਾ ਸਰਾਭਾ ਨਗਰ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਵਾਪਰੀ ਹੈ। ਤੇਜ਼ ਰਫ਼ਤਾਰ ਥਾਰ ਔਰਤ ਚਲਾ ਰਹੀ ਸੀ, ਬੱਚਾ ਸੜਕ ਪਾਰ ਕਰ ਰਿਹਾ ਸੀ। ਇਸ ਵਿਚਕਾਰ ਇਹ ਹਾਦਸਾ ਵਾਪਰ ਗਿਆ। ਜ਼ਖਮੀ ਬੱਚੇ ਦਾ ਨਾਮ ਸ੍ਰਿਸ਼ ਜੈਨ ਹੈ, ਜੋ ਕਿ ਕਿਚਲੂ ਨਗਰ ਦਾ ਰਹਿਣ ਵਾਲਾ ਹੈ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਵਾਰਾਣਸੀ ਦੇ ਗਿਆਨਵਾਪੀ ਮਾਮਲੇ ਦੀ ਤਰ੍ਹਾਂ ਮਥੁਰਾ ਦੇ ਇੱਕ ਸਥਾਨਕ ਅਦਾਲਤ ਨੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਅਤੇ ਸ਼ਾਹੀ ਈਦਗਾਹ ਵਿਵਾਦ ਬਾਰੇ ਹਿੰਦੂ ਸੈਨਾ ਦੇ ਦਾਅਵੇ ਤੇ ਈਦਗਾਹ ਦੇ ਅਮੀਨ ਸਰਵੇਖਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 20 ਜਨਵਰੀ ਤੈਅ ਕੀਤੀ ਹੈ। ਅਮੀਨ ਨੂੰ ਅਦਾਲਤ ਵਿੱਚ ਸਬੰਧਤ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਵਲ ਜੱਜ ਸੀਨੀਅਰ ਡਿਵੀਜ਼ਨ 3 ਦੀ ਅਦਾਲਤ ਨੇ ਸ਼੍ਰੀ ਸਰਵੇਖਣ ਦਾ ਹੁਕਮ ਦਿੱਤਾ ਹੈ। 8 ਦਸੰਬਰ ਨੂੰ ਦਿੱਲੀ ਸਥਿਤ ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ ਤੇ ਮੀਤ ਪ੍ਰਧਾਨ ਸੁਰਜੀਤ ਸਿੰਘ ਨੇ ਸਿਵਲ ਜੱਜ ਸੀਨੀਅਰ ਡਿਵੀਜ਼ਨ 3 ਸੋਨੀਕਾ ਵਰਮਾ ਦੀ ਅਦਾਲਤ 'ਚ ਮੁਕੱਦਮਾ ਦਾਇਰ ਕਰਕੇ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ। हम बड़े लंबे समय से प्रयासरत थे कि वहाँ पर अमीन सर्वे जाए, क्योंकि ये प्रॉपर्टी हिंदू पक्षकारों की प्रॉपर्टी है। 1670 में औरंगजेब में तोड़ी थी, ये सब जानते हैं। तो हमारा एकमात्र उद्देश्य था कि वहाँ पर अमीन सर्वे हो जाए, कोर्ट कमीशन जाए और वहाँ की वीडियोग्राफी हो, फोटोग्राफी हो, जितने भी तथ्य हैं, जितने भी एविडेंसेस हैं, सब रिकॉर्ड में आनी चाहिए। इसको लेकर के हमने 23 दिसंबर 2020 को केस सूट फाइल किया था और भी कई लोगों ने फाइल किए थे। तो कल माननीय न्यायालय के द्वारा एक आदेश पारित किया गया है कि वहाँ पर कोर्ट के द्वारा नियुक्त अमीन जाएगा और अमीन जाकर के 20 तारीख तक अपनी रिपोर्ट माननीय न्यायालय में सबमिट करेगा। वहाँ की वीडियोग्राफी होनी करेगा, वो
वहाँ की फोटोग्राफी होनी चाहिए और वहाँ जितने भी सिम्बल्स हैं उन सिम्बल्स को रिकॉर्ड पर ले करके माननीय न्यायालय के आदेश अनुसार वहाँ पर वो दाखिल करेंगे। तो ये कल न्यायालय के द्वारा ये आदेश पारित किया गया। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦਿੱਲੀ ਪਹੁੰਚ ਗਈ ਹੈ। ਭਾਰਤ ਜੋੜੋ ਯਾਤਰਾ ਸ਼ਨੀਵਾਰ ਸਵੇਰੇ ਹਰਿਆਣਾ ਦੇ ਫਰੀਦਾਬਾਦ ਤੋਂ ਦਿੱਲੀ ਪਹੁੰਚੀ। ਇਹ ਯਾਤਰਾ ਸਵੇਰੇ 6 ਵਜੇ ਬਦਰਪੁਰ ਸਰਹੱਦ ਤੋਂ ਸ਼ੁਰੂ ਹੋਈ ਹੈ ਅਤੇ ਇਸ ਦੌਰਾਨ ਰਾਹੁਲ ਗਾਂਧੀ ਨੇ ਭਾਜਪਾ ਅਤੇ RSS ਤੇ ਨਿਸ਼ਾਨਾ ਸਾਧਿਆ ਹੈ। ਦਿੱਲੀ ਪਹੁੰਚ ਕੇ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੁਝ ਲੋਕ ਨਫ਼ਰਤ ਫੈਲਾ ਰਹੇ ਹਨ, ਪਰ ਦੇਸ਼ ਦਾ ਆਮ ਆਦਮੀ ਹੁਣ ਪਿਆਰ ਦੀ ਗੱਲ ਕਰ ਰਿਹਾ। ਇਸ ਯਾਤਰਾ ਵਿੱਚ ਹਰ ਰਾਜ ਤੋਂ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ। ਮੈਂ RSS ਭਾਜਪਾ ਵਾਲਿਆਂ ਨੂੰ ਕਿਹਾ ਹੈ ਕਿ ਅਸੀਂ ਤੁਹਾਡੇ ਨਫ਼ਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ ਖੋਲ੍ਹਣ ਆਏ ਹਾਂ। ਇਸ ਦੌਰਾਨ ਪ੍ਰਿਯੰਕਾ ਗਾਂਧੀ ਵਾਡਰਾ ਦੇ ਨਾਲ ਰਾਹੁਲ ਗਾਂਧੀ ਨੇ ਦਿੱਲੀ ਦੇ ਰਾਮ ਦਰਬਾਰ ਮੰਦਿਰ ਵਿੱਚ ਪ੍ਰਾਰਥਨਾ ਵੀ ਕੀਤੀ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਤੋਂ ਨੰਦੇੜ ਸਾਹਿਬ ਤੱਕ ਫਲਾਈਟਾਂ ਮੁੜ ਸ਼ੁਰੂ ਕੀਤੀਆਂ ਜਾਣ। ਉਹਨਾਂ ਕਿਹਾ ਹੈ ਕਿ ਨੰਦੇੜ ਸਾਹਿਬ ਪਵਿੱਤਰ ਨਗਰੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਆਖਰੀ ਸਮਾਂ ਗੁਜ਼ਾਰਿਆ ਸੀ। ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਅੰਮ੍ਰਿਤਸਰ ਨੰਦੇੜ ਸਾਹਿਬ ਫਲਾਈਟਾਂ ਮੁੜ ਸ਼ੁਰੂ ਕਰਨ ਨਾਲ ਉਹਨਾਂ ਸ਼ਰਧਾਲੂਆਂ ਨੂੰ ਫਾਇਦਾ ਹੋਵੇਗਾ ਜੋ ਇਸ ਪਵਿੱਤਰ ਤਖਤ ਦੇ ਦਰਸ਼ਨਾਂ ਵਾਸਤੇ ਹੋਰ ਸਾਧਨਾਂ ਰਾਹੀਂ ਨਹੀਂ ਪਹੁੰਚ ਸਕਦੇ। ਉਹਨਾਂ ਕਿਹਾ ਕਿ ਸ਼ਰਧਾਲੂ 29 ਦਸੰਬਰ ਨੂੰ ਆ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨੰਦੇੜ ਸਾਹਿਬ ਦੇ ਦਰਸ਼ਨਾਂ ਦੇ ਅਭਿਲਾਸ਼ੀ ਹਨ ਅਤੇ ਸਰਦਾਰਨੀ ਬਾਦਲ ਨੇ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦਾ ਟਰਮੀਨਲ 3 ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਰੱਖਿਆ ਜਾਵੇ ਜੋ ਕਿ ਗੁਰੂ ਸਾਹਿਬ ਵੱਲੋਂ ਧਰਮ ਦੀ ਰਾਖੀ ਵਾਸਤੇ ਅਨੇਕਾਂ ਤਸੀਹੇ ਝੱਲ ਕੇ ਦਿੱਤੀ ਸ਼ਹਾਦਤ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਬੀਤੇ ਕੱਲ੍ਹ ਹਲਕੇ ਦੇ ਪਿੰਡ ਚੱਕ ਜਨੀਸਰ ਵਿਖੇ ਵਿਕਾਸ ਦੇ ਕੰਮਾਂ ਸੰਬੰਧੀ ਪਿੰਡ ਅੰਦਰ ਲਗਾਏ ਕੈਂਪ ਦੌਰਾਨ ਗੰਦੇ ਪਾਣੀ ਵਾਲੇ ਛੱਪੜ ਦੀ ਤਰਸਯੋਗ ਹਾਲਤ ਦੀ ਸ਼ਿਕਾਇਤ ਮਿਲਣ ਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਹਨਾਂ ਦੇ ਸਾਹਮਣੇ ਦੋ ਧਿਰਾਂ ਦਰਮਿਆਨ ਇੱਟਾਂ ਰੋੜੇ ਚੱਲਣ ਕਾਰਨ ਸਥਿਤੀ ਤਣਾਅਪੂਰਨ ਹੋ ਗਈ ਅਤੇ ਇਸ ਘਟਨਾ 'ਚ ਪਿੰਡ ਦੀ ਪੰਚਾਇਤ ਦਾ ਮੌਜੂਦਾ ਮੈਂਬਰ ਨਿਸ਼ਾਨ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਜ਼ਖਮੀ ਹਾਲਤ ਵਿੱਚ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ 'ਚ ਇਲਾਜ ਅਧੀਨ ਨਿਸ਼ਾਨ ਸਿੰਘ ਨੇ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਬੀਤੇ ਦਿਨੀ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਵਿਕਾਸ ਦੇ ਕੰਮਾਂ ਸੰਬੰਧੀ ਪਿੰਡ ਕੈਂਪ ਲਗਾਇਆ ਗਿਆ ਸੀ। ਇਸ ਕੈਂਪ ਉਪਰੰਤ ਵਿਧਾਇਕ ਲੋਕਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਪਿੰਡ ਦੇ ਛੱਪੜ ਦੀ ਚੈਕਿੰਗ ਕਰਨ ਲਈ ਗਏ ਤਾਂ ਪਹਿਲਾਂ ਤੋਂ ਉੱਥੇ ਮੌਜੂਦ ਜਸਵਿੰਦਰ ਸਿੰਘ ਵਾਸੀ ਚੱਕ ਜਨੀਸਰ ਨੇ ਜਾਤੀ ਸੂਚਨ ਸ਼ਬਦ ਬੋਲੇ, ਜਿਸ ਤੋਂ ਬਾਅਦ ਵਿਵਾਦ ਹੋਇਆ ਹੈ। ਨਹੀਂ, ਉਹਦੇ 'ਚ ਜੋ ਉਹਨਾਂ ਨੇ ਕਰਿਆ ਉਹਨਾਂ ਦਾ ਹਰਜਾਨਾ ਉਹਨਾਂ ਨੂੰ ਭੁਗਤਣਾ ਪਊਗਾ। ਸੋ ਪੰਜਾਬ ਸਰਕਾਰ ਵੱਲੋਂ ਹਰ ਪਿੰਡ 'ਚ ਅਸੀਂ ਕੈਂਪ ਲਗਾਉਣ ਜਾ ਰਹੇ ਹਾਂ। ਸਾਰੇ ਅਫਸਰ ਸਾਹਿਬਾਨ ਉੱਥੇ ਜਾਂਦੇ ਆ। ਜਿਹੜਾ ਲੋਕਾਂ ਦਾ ਕੋਈ ਕੰਮ ਹੈ ਉਹ ਅਸੀਂ ਉੱਥੇ ਹੀ ਕਰ ਦਿੰਦੇ ਹਾਂ ਮੌਕੇ 'ਤੇ ਜੋ ਸਕਦਾ ਹੈ। ਜੋ ਦਫ਼ਤਰੀ ਕੰਮ ਉਹ ਫਿਰ ਆ ਕੇ ਕੰਪਲੀਟ ਕਰ ਦਿੰਦੇ। ਸੋ ਇਹ ਨਵੀਂ ਸ਼ੁਰੂਆਤ ਕੀਤੀ ਗਈ। ਚੱਕ ਜਾਨੀ ਸਰ ਪਿੰਡ ਸੀ, ਕੁਛ ਅਕਾਲੀ ਦਲ ਦੇ ਜਿਹੜੇ ਉੱਥੇ ਚੇਅਰਮੈਨ ਰਹੇ ਉਹਨਾਂ ਦੇ ਬ੍ਰਦਰ ਸੀ, ਉਹਨਾਂ ਨੇ ਇਹ ਹਰਕਤ ਕੀਤੀ ਗਈ। ਉਹਨਾਂ 'ਤੇ ਜੋ ਬਣਦੀ ਕਾਰਵਾਈ ਸੀ ਉਹ ਕਰ ਦਿੱਤੀ ਗਈ। ਇਹਦੇ ਵਿੱਚ ਸੀਗੇ ਜਿਹੜੇ MLA ਸਾਹਿਬ ਦੇ ਨਾਲ ਆਪਣੀ ਟੀਮ ਜਿਹੜੀ ਸੀਗੀ ਉਹ ਚੱਕ ਜਾਨੀ ਸਰ ਦੇ ਵਿੱਚ ਗਏ ਸੀ ਕੱਲ੍ਹ। ਉੱਥੇ ਕੋਈ ਟੋਬੇ ਦਾ ਸੀਗਾ ਰੌਲਾ, ਉੱਥੇ ਖਾਲਾ ਸੀਗਾ ਉੱਥੇ ਪਾਣੀ ਦਾ। ਉਹਦੇ ਸੰਬੰਧ ਦੇ ਵਿੱਚ ਦੋਨਾਂ ਪਾਰਟੀਆਂ ਨੂੰ ਉਹਨਾਂ ਨੇ ਬੁਲਾਇਆ ਸੀ ਵੀ ਜਿਨ੍ਹਾਂ ਨੇ ਖਾਲਾ ਪਹਿਲੇ ਉਹਨਾਂ ਨੇ ਬਣਾਇਆ ਸੀਗਾ ਅਤੇ ਉਸ ਵਾਰ ਜਿਹੜੇ ਬੰਦੇ ਢਾਹ ਰਹੇ ਸੀ ਉਹਨੂੰ, ਅਤੇ ਉਹਦੇ ਵਿੱਚ ਕਹਿੰਦੇ ਪੇਮੈਂਟ ਦੀ ਕੋਈ ਰੌਲਾ ਜਿਹਾ ਪੈਂਦਾ ਸੀਗਾ। ਅਤੇ ਪੇਮੈਂਟ ਦੇ ਵਿੱਚ MLA ਸਾਹਿਬ ਨੇ ਕਹਿਤਾ ਵੀ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਕੁਛ ਨਾ ਕੁਛ ਤੁਹਾਡੀ ਹੈਲਪ ਕਰ ਦਾਂਗੇ। ਅਤੇ ਉਹਦੇ ਕੋਲ ਜਸਵਿੰਦਰ ਸੀਗਾ ਲੜਕਾ, ਜਸਵਿੰਦਰ ਨੇ ਫਿਰ ਜਿਹੜੇ MLA ਸਾਹਿਬ ਦੇ ਨਾਲ ਕੋਈ ਬੰਦੇ ਗਏ ਸੀ ਉਹਨੂੰ ਕੋਈ ਗਾਲ ਕੱਢ ਦਿੱਤੀ ਸੀ। ਉਹ ਤੂੰ ਮੈਂ ਕਰਨ ਲੱਗ ਪਏ, ਤੂੰ ਮੈਂ ਇੰਨੀ ਜ਼ਿਆਦਾ ਵੱਧ ਗਈ। ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਟਾਂ ਦੇ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਸੀਗੇ, ਜਿਹਦੇ ਵਿੱਚ MLA ਸਾਹਿਬ ਦੇ ਵੀ ਜਿਹੜੇ ਸੀਗੇ ਲੱਤ ਦੇ ਵਿੱਚ ਥੋੜ੍ਹੀ ਸੱਟ ਲੱਗੀ ਸੀਗੀ ਅਤੇ 3-4 ਬੰਦੇ ਹੋਰ ਜਿਹੜੇ ਜ਼ਖਮੀ ਹੋਏ ਸੀਗੇ। ਅਤੇ ਇੱਕ ਜਿਹੜਾ ਸੀਗਾ ਮਦਈ ਜਿਹੜਾ ਸੀਗਾ ਅਤੇ ਉਹ ਜਾ ਕੇ ਸਿਵਲ ਹਸਪੀਟਲ ਰਾਤ ਨੂੰ ਐਡਮਿਟ ਹੋਇਆ ਸੀਗਾ। ਉਹਦੇ ਬਿਆਨ ਦੇ ਉੱਪਰ ਜਸਵਿੰਦਰ ਸਿੰਘ, ਜਗਦੀਪ ਸਿੰਘ ਅਤੇ ਹਰ ਬਿਲਾਸ ਦੇ ਉੱਪਰ ਜਿਹੜਾ ਹੈਗਾ ਬਾਈ ਨੇਮ 3 ਬੰਦੇ ਦੇ ਪਰਚਾ ਹੋਇਆ ਹੈਗਾ। ਅਤੇ 10 ਤੋਂ ਜਿਹੜੇ 12-15 ਬੰਦੇ ਸੀਗੇ ਉਹ 'ਚ ਅਨਨੋਨ ਬੰਦੇ ਸੀਗੇ। ਅਤੇ ਉਹ ਬੰਦੇ ਜਿਹੜੇ ਸੀਗੇ ਉਹ ਸਾਰੇ ਜਿਹੜੇ ਹੈਗੇ ਉਹ ਘਰੋਂ ਭੱਜੇ ਹੋਏ ਹੈਗੇ ਜੀ। ਅਤੇ ਉਹਦੇ ਵਿੱਚ ਜਿਹੜੀ FIR ਨੰਬਰ ਸੀਗੀ 212 ਹੈਗੀ ਹੈ 24/12/2022 ਦੀ ਹੈ, ਜਿਹਦੇ ਵਿੱਚ 307 ਲੱਗੀ ਹੈ, 324, 148, 49 ਦੇ ਨਾਲ SC ਐਕਟ ਲੱਗਿਆ ਹੈ ਜੀ। ਉੱਥੇ ਸੀਗੇ ਪਰ ਉਹ ਦੂਸਰੇ ਪਾਸੇ ਸੀਗੇ ਜਿਸ ਪਾਸੇ ਨਪਾਈ ਉਹਨਾਂ ਨੇ ਕਰਾਉਣੀ ਸੀ, ਜਿਸ ਪਾਸੇ ਮੌਕਾ ਦੇਖ ਰਹੇ ਸੀ। ਇਹ ਜਿਹੜੇ ਸੀਗੇ MLA ਸਾਹਿਬ ਦੇ ਉਹਨਾਂ ਦੇ ਨਾਲ ਜਿਹੜੇ ਬੰਦੇ ਸੀ ਉਹ ਦੂਜੇ ਪਾਸੇ ਬੈਠੇ ਸੀ। ਹਾਲੇ ਤੱਕ ਦੇ ਅੰਦਰ ਜਿਹੜੇ ਬਾਈ ਨੇਮ ਜਿਹੜੇ ਪਰਚੇ ਹੈਗੇ ਉਹਦੇ ਰੇਟਸ ਵਗੈਰਾ ਚੱਲਦੀਆਂ, ਸਾਰੇ ਬੰਦੇ ਹਲੇ ਘਰੋਂ ਭੱਜੇ ਹੋਏ ਜੀ। ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ
ਕੋਰਿਆਣਾ ਵਿਖੇ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੋ ਗਏ। ਕਿਸਾਨਾਂ ਵੱਲੋਂ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਨਾਲ ਮਾਹੌਲ ਹੋਰ ਤਣਾਅਪੂਰਨ ਬਣ ਗਿਆ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਅੱਜ ਪਾਈਪਲਾਈਨ ਵਿਛਾਈ ਜਾ ਰਹੀ ਸੀ, ਜਿਸ ਲਈ ਪ੍ਰਸ਼ਾਸਨ ਆਪਣਾ ਲਾਮ ਲਸ਼ਕਣ ਲੈ ਕੇ ਪੁੱਜ ਗਿਆ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਵਾਜਿਬ ਮੁਆਵਜ਼ਾ ਨਹੀਂ ਦਿੱਤਾ ਗਿਆ, ਇਸ ਲਈ ਉਹ ਸਰਕਾਰ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਉੱਤੇ ਧੱਕਾਸ਼ਾਹੀ ਦੇ ਦੋਸ਼ ਲਗਾਏ। ਪੁਲਿਸ ਨੇ ਵੱਡੀ ਗਿਣਤੀ ਵਿੱਚ ਇਕੱਠ ਹੁੰਦੇ ਕਿਸਾਨਾਂ ਨੂੰ ਵੇਖ ਕੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਮਾਮਲਾ ਜੋ ਅੱਜ ਪਿੰਡ ਗੌਰਿਆਣੇ ਦੇ ਅੰਦਰ ਪਾਈਪਲਾਈਨ ਦਾ ਮਸਲਾ ਹੈ। ਪਾਈਪਲਾਈਨ ਤੜਕੇ ਇਹਨਾਂ ਨੇ ਜੇਬੀਸੀਆਂ ਲਿਆਂਦੀਆਂ, ਭਾਰੀ ਫੋਰਸ ਲੈ ਕੇ ਇੱਥੇ ਡੀਐਸਪੀ ਸਾਹਿਬ ਪਹੁੰਚੇ ਹੈ। ਉਹ ਧੱਕੇ ਨਾਲ ਜਿਹੜੀ ਇਹ ਪਾਈਪਲਾਈਨ ਹੈ ਉਹ ਟਪਾਉਣਾ ਚਾਹੁੰਦੇ ਸੀ, ਪਰ ਕਿਸਾਨ ਹੈ ਜਿਹੜੇ ਉਹ ਮਿੱਥੇ ਹੋਏ ਆਪਣੇ ਸਮੇਂ ਤੇ ਆਏ ਹੈ। ਆ ਕੇ ਇੱਥੇ ਕਿਸਾਨਾਂ ਨੇ ਆਪਦਾ ਪੱਖ ਰੱਖਿਆ ਵੀ ਅਸੀਂ ਕਿਸੇ ਵੀ ਕੀਮਤ ਤੇ ਜਿਹੜੀ ਇਹ ਪਾਈਪਲਾਈਨ ਨਹੀਂ ਪੈਣ ਦੇਵਾਂਗੇ ਜਿੰਨਾ ਚਿਰ ਕਿਸਾਨ ਨਾਲ ਜਿਹੜਾ ਸਮਝੌਤਾ ਨਹੀਂ ਹੁੰਦਾ। ਕਿਉਂਕਿ ਉਹ ਸੀਐਮ ਮਾਨ ਨਾਲ ਜਦੋਂ ਆਪਣਾ ਕੀ ਕਹਿੰਦਾ ਸੰਗਰੂਰ ਦੇ ਅੰਦਰ ਮੋਰਚਾ ਲੱਗਿਆ, ਉੱਥੇ ਵੀ ਇਹ ਸੀ ਵੀ ਯਾਰ ਜਿੱਥੇ ਕਿਤੇ ਵੀ ਕਿਸਾਨਾਂ ਨਾਲ ਟੱਸਰ ਪੈਂਦੇ, ਚਾਹੇ ਉਹ ਸੜਕ ਵਾਲੇ ਮਸਲੇ ਤੇ ਆ ਚਾਹੇ ਪਾਈਪਲਾਈਨ ਵਾਲੇ ਮਸਲੇ ਤੇ ਆ, ਉਹ ਬੈਠ ਕੇ ਅਸੀਂ ਹੱਲ ਕਰਾਂਗੇ। ਪਰ ਅੱਜ ਤੜਕੇ ਇਹਨਾਂ ਨੇ ਨਾਕੇ ਵੀ ਲਾਏ ਆ, ਪਿੱਛੇ ਕਿਸਾਨਾਂ ਨੂੰ ਰੋਕਿਆ ਵੀ ਹੈ। ਉਦੋਂ ਬਾਅਦ ਅਸੀਂ ਚੇਤਾਵਨੀ ਦਿੱਤੀ ਹੈ ਪ੍ਰਸ਼ਾਸਨ ਨੂੰ ਵੀ ਜੇ ਸਾਡੇ ਕਿਸਾਨਾਂ ਨੂੰ ਰੋਕ ਲਿਆ ਇੱਥੇ ਹਾਲਾਤ ਆ ਜਿਹੜੇ ਉਹ ਵਿਗੜਨਗੇ। ਇਸ ਕਰਕੇ ਤੜਕੇ ਆ ਕੇ ਇਹਨਾਂ ਨੇ ਉਹ ਕੋਸ਼ਿਸ਼ ਵੀ ਕੀਤੀ ਹੈ, ਪਰ ਜਦੋਂ ਇੱਧਰੋਂ ਕਿਸਾਨ ਅੜੇ ਆਪਦੀ ਆਈ ਤੇ ਆਏ ਹੈ ਫਿਰ ਇਹਨਾਂ ਨੂੰ ਪਿੱਛੇ ਹਟਣਾ ਪਿਆ। ਹੁਣ ਇਹ ਗੱਲਬਾਤ ਦਾ ਦੌਰ ਜਾਰੀ ਹੈ, ਇਹ 'ਚ ਮੁੱਕਦਾ ਹੈ ਕਿ ਗਾਹਾਂ ਵਾਲੀ ਗੱਲ ਹੈ। ਗਾਹਾਂ ਜੇ ਕੋਈ ਵੀ ਕਦਮ ਇਹ ਚੱਕਦਾ ਤਾਂ ਅਸੀਂ ਭਿੜਨ ਲਈ ਤਿਆਰ ਹਾਂ। ਇਹਦੇ ਲਈ ਅਸੀਂ ਕਿਸੇ ਵੀ ਹਾਲਤ ਤੇ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਦੀਆਂ ਬਾਹਾਂ ਦੇ ਵਿੱਚ ਚਾਹੇ ਸੜਕ ਹੈ ਚਾਹੇ ਪਾਈਪਲਾਈਨ ਨਹੀਂ ਕੱਢਣ ਦੇਵਾਂਗੇ। ਸ਼ਾਹਕੋਟ ਮਲਸੀਆਂ ਨੈਸ਼ਨਲ ਹਾਈਵੇ ਤੇ ਅੱਜ ਦੁਪਹਿਰ ਸਮੇਂ ਇੱਟਾਂ ਨਾਲ ਲੱਦੇ ਟਰੈਕਟਰ ਟਰਾਲੀ ਦੇ ਬੈਲ ਗੱਡੀਆਂ ਵਿੱਚ ਵੱਜਣ ਕਾਰਨ ਪਸ਼ੂਆਂ ਦੇ ਵਪਾਰੀਆਂ ਦੀਆਂ ਬੈਲ ਗੱਡੀਆਂ ਵਾਲੇ ਕਾਫਲੇ 'ਚ 2 ਭੈਣ ਭਰਾ ਗੰਭੀਰ ਜ਼ਖਮੀ ਹੋ ਗਏ, ਜਦਕਿ ਉਹਨਾਂ ਦੇ ਕਈ ਪਸ਼ੂ ਪੰਛੀ ਮਰ ਗਏ ਅਤੇ ਕਈ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ 7 ਬੈਲ ਗੱਡੀਆਂ ਦਾ ਕਾਫਲਾ ਸ਼ਾਹਕੋਟ ਦੇ ਨਜ਼ਦੀਕ ਪਿੰਡ ਬਾਜਵਾ ਕਲਾਂ ਤੋਂ ਮਲਸੀਆਂ ਵੱਲ ਜਾ ਰਹੀਆਂ ਸੀ। ਜਦੋਂ ਉਹ ਦੁਪਹਿਰ ਕਰੀਬ 3 ਵਜੇ ਸ਼ਾਹਕੋਟ ਮਲਸੀਆਂ ਨੈਸ਼ਨਲ ਹਾਈਵੇ ਤੇ ਰੇਲਵੇ ਕ੍ਰਾਸਿੰਗ ਦੇ ਫਲਾਈਓਵਰ ਉੱਪਰ ਚੜ੍ਹਨ ਲੱਗੇ ਤਾਂ ਇਸੇ ਦੌਰਾਨ ਉਹਨਾਂ ਦੇ ਪਿੱਛੇ ਇੱਕ ਇੱਟਾਂ ਨਾਲ ਲੱਦਿਆ ਟਰੈਕਟਰ ਟਰਾਲੀ ਅਤੇ ਇੱਕ ਟਰੱਕ ਆ ਰਹੇ ਸਨ ਕਿ ਟਰੱਕ ਨੇ ਅਚਾਨਕ ਇੱਟਾਂ ਨਾਲ ਲੱਦੇ ਟਰੈਕਟਰ ਟਰਾਲੀ ਨੂੰ ਪਿੱਛੋਂ ਫੇਟ ਮਾਰ ਦਿੱਤੀ ਅਤੇ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਅੱਗੇ ਜਾ ਰਹੇ ਬੈਲ ਗੱਡੀਆਂ ਦੇ ਕਾਫਲੇ ਵਿੱਚ ਜਾ ਵੱਜਾ। ਟਰੱਕ ਨੂੰ ਮੇਜਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਬਾਜਵਾ ਕਲਾਂ, ਜਦਕਿ ਟਰੈਕਟਰ ਟਰਾਲੀ ਨੂੰ ਅਮਰਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਤਲਵੰਡੀ ਨੌ ਬਹਾਰ ਮੋਗਾ ਚਲਾ ਰਹੇ ਹਨ ਅਤੇ ਇਸ ਹਾਦਸੇ ਦੌਰਾਨ ਜੋ 2 ਬੈਲ ਗੱਡੀਆਂ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਨਾਲ ਟੁੱਟ ਗਈਆਂ, ਜਦਕਿ ਬੈਲ ਗੱਡੀਆਂ ਵਿੱਚ ਸਵਾਰ ਵਿਅਕਤੀ ਹੇਠਾਂ ਡਿੱਗੇ ਅਤੇ ਇੱਕ ਬੱਚਾ ਸਾਜਨ ਟਰਾਲੀ ਤੋਂ ਇੱਟਾਂ ਡਿੱਗਣ ਕਾਰਨ ਹੇਠਾਂ ਦੱਬਿਆ ਗਿਆ, ਜਦਕਿ ਉਸ ਦੀ ਭੈਣ ਰੋਜਾ ਦੀ ਵੀ ਗੰਭੀਰ ਸੱਟਾਂ ਵੱਜੀਆਂ ਹਨ। ਤੇ ਇਸ ਹਾਦਸੇ ਬਾਰੇ ਪਤਾ ਲੱਗਣ ਤੇ ਮਾਡਲ ਥਾਣਾ ਸ਼ਾਹਕੋਟ ਦੇ ਸਬ ਇੰਸਪੈਕਟਰ ਬਲਕਾਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਲਏ। ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਹਾਦਸੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ बैल ਗੱਡੀਆਂ ਦੇ ਮਾਲਕਾਂ ਦੇ ਬਿਆਨਾਂ ਤੇ ਕਾਰਵਾਈ अमल ਵਿੱਚ लियांदी जाएगी। हाँ भैया, क्या नाम है आपका? मेरा नाम अजय जी। कहाँ से रहने वाले हो आप? जगरामा। अच्छा, कहाँ जा रहे थे आप? हम जा रहे थे जी मस्सियाँ। अच्छा, क्या बात हुई है? ये बात हुई जी, हमें पुल से जा रहे थे ऊपर चढ़ने के लिए, ट्राली पीछे से आ रही थी जी। जो ट्राली पीछे से आए, ट्रक पीछे से भी आ रहा था जी, और ट्रक वाले ने कोस कर दिया, ट्राली ने हमको मार दिया जी। नहीं, जो ट्राली में ट्रक बजा था? हाँ हाँ, अच्छा, ट्राली में ट्रक बजा था जी, ट्राली वाले ने हमको मार दिया। और ट्रक वाला कहाँ पर है? ट्रक वाले थाने में जी। ठीक है। और ट्राली वाले भी थाने में जी। एक बकरी मर गई, 2 बंदे घायल हो गए, एक कुड़ी एक मुंडा, 10 साल का मुंडा सी और 15 साल की कुड़ी सी। एक बकरी हमारी मर गई जी, और बाकी 2-3 घायल है जी, और बाकी कबूतरे सारे मर गए जी, और बाकी 2 गड्डियाँ टूट गई जी महाराज जी। कितना नुकसान हो गया आपका? हमारा नुकसान हो गया 2-3 लाख का नुकसान हो गया जी। 3-4 लाख। अच्छा, हाँ जी। और यहाँ पर पुलिस आई थी? पुलिस आई थी, काव्य करके ले गई जी। ਸਾਨੂੰ ਸੂਚਨਾ ਮਿਲੀ ਕਿ ਆਪਣੇ ਨਦੀਕ ਗੋਡਰੀ ਪੀਰ ਇੱਕ ਟਰੈਕਟਰ ਤੇ ਆਪਣੇ ਇੱਕ ਟਰੱਕ ਤੇ ਇੱਕ ਟਰਾਲੀ ਵਿੱਚ ਜਿਹੜਾ ਵਾ ਦੂਜਾ ਕੀ ਵੱਜਾ ਆਪਣੇ ਰੇੜੇ ਵਿੱਚ ਵੱਜੀ ਆ। ਰੇੜੇ ਵਿੱਚ ਇੱਕ ਬੱਚੇ ਦੇ ਸੱਟ ਲੱਗੀ ਆ ਤੇ ਇੱਕ ਦੂਜੇ ਦੇ ਲੱਗੀ ਆ ਲੜਕੀ ਦੇ।
ਤੇ ਸਾਡੇ ਦੋਵਾਂ ਪਾਰਟੀਆਂ ਨੂੰ ਤਲਬ ਕੀਤਾ ਗਿਆ ਵਾ, ਜਿਹਨਾਂ ਵਿੱਚ ਰਾਜੀਨਾਮੇ ਦੀ ਗੱਲ ਚੱਲਦੀ ਆ। ਉਹਨਾਂ ਨੂੰ ਬਿਆਨ ਕਰਾਉਣ ਵਾਸਤੇ ਜੇਕਰ ਰਾਜੀਨਾਮਾ ਨਾ ਹੋਇਆ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਠੀਕ ਹੈ। ਇਹ ਆਪਣੇ ਟਰੈਕਟਰ ਚਾਲਕ ਕਿੱਥੋਂ ਦਾ ਹੈਗਾ ਸੀ? ਇਹ ਤਲਵੰਡੀ ਨੌ ਭਾਰਤ ਦਾ ਸੀਗਾ, ਟਰੱਕ ਮਲਸੀਆਂ ਦਾ ਸੀਗਾ। ਮਲਸੀਆਂ ਸਾਈਡ ਦਾ ਹੀ ਪਤਾ ਨਹੀਂ ਕਿੱਥੋਂ ਵੈਰੀਫਾਈ ਕਰਕੇ ਕਾਰਵਾਈ ਕੀਤੀ ਜਾਊਗੀ। ਠੀਕ ਹੈ। ਤੇ ਉਹ ਕਬਜ਼ੇ 'ਚ ਲੈਗਾ ਜੀ ਤੁਸੀਂ? ਹਾਂਜੀ ਹਾਂਜੀ ਹਾਂਜੀ। ਸਿੱਕਮ 'ਚ ਸ਼ੁੱਕਰਵਾਰ ਨੂੰ ਹੋਏ ਹਾਦਸੇ 'ਚ ਫੌਜ ਦੇ 16 ਜਵਾਨ ਮਾਰੇ ਗਏ, ਜਿਸ ਵਿੱਚ ਪੰਜਾਬ ਦੇ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਨਾਇਬ ਸੂਬੇਦਾਰ ਓਂਕਾਰ ਸਿੰਘ ਵੀ ਸ਼ਾਮਿਲ ਸਨ। 35 ਸਾਲ ਦੀ ਉਮਰ ਵਿੱਚ ਨਾਇਬ ਸੂਬੇਦਾਰ ਓਂਕਾਰ ਸਿੰਘ ਦਾ ਐਤਵਾਰ ਨੂੰ ਪਿੰਡ ਨਾਜੋਵਾਲ ਨੇੜੇ ਕਾਨਵਾ ਵਿਖੇ ਫੌਜੀ ਸਨਮਾਨਾਂ ਨਾਲ ਸੰਸਕਾਰ ਕੀਤਾ ਜਾਵੇਗਾ। ਨਾਇਬ ਸੂਬੇਦਾਰ ਓਂਕਾਰ ਸਿੰਘ ਦੇ ਪਿਤਾ ਠਾਕੁਰ ਰਘੁਵੀਰ ਸਿੰਘ ਛੋਟੇ ਕਿਸਾਨ ਹਨ। ਬੜੀ ਮਿਹਨਤ ਨਾਲ ਉਸਨੇ ਆਪਣੇ ਇਕਲੌਤੇ ਪੁੱਤਰ ਓਂਕਾਰ ਸਿੰਘ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ। ਪਰਿਵਾਰ ਨੂੰ ਆਰਥਿਕ ਬਲ ਦੇਣ ਲਈ ਓਂਕਾਰ ਸਿੰਘ 12ਵੀਂ ਤੋਂ ਬਾਅਦ ਹੀ 2005 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਬਚਪਨ ਤੋਂ ਹੀ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਨੌਕਰੀ ਦੇ ਨਾਲ ਉਸਨੇ MBBEd ਦੀ पढ़ाई भी की। मैं ओंकार सिंह का चाचा हूँ और ओंकार सिंह मेरा भतीजा है। तो ये अभी इन सूत्रों के हवाले से भी खबर न्यूज़ मिला है, तो उसमें सारा परिवार उसमें दुखी है। क्या करना, एक बेटा है और 3 बहनें हैं उसकी। 2 बहनें बड़ी है, एक छोटी है, तीनों शादीशुदा है। मदर है, फादर है। कैसे थे ये? पढ़ने में लायक थे? पढ़ने में बहुत लायक थे और ये जल्दी प्रमोशन भी इन्होंने उसका अपना कोर्स करके GMT का कोर्स किया था, उसके बाद जल्दी नायब बन गए हैं। और उसके बाद 2 बार अफसर का भी टेस्ट दिया, उसमें थोड़े से नंबरों में इंटरव्यू में शायद कितने सालों की भर्ती हुए? भर्ती इनको तकरीबन 17 साल के करीब हो गया, 17-18 साल के करीब। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਕੂਲ 'ਚ ਸਿੱਖਿਆ ਮਾਡਲ ਨੂੰ ਸੁਚਾਰੂ ਬਣਾਉਣ ਅਤੇ ਮਜ਼ਬੂਤ ਕਰਨ ਲਈ ਮਾਪੇ ਅਧਿਆਪਕ ਮਿਲਣੀ ਪੰਜਾਬ ਭਰ 'ਚ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਪਟਿਆਲਾ ਦੇ ਸਰਕਾਰੀ ਸਕੂਲ 'ਚ ਸ਼ਿਰਕਤ ਕੀਤੀ। ਉੱਥੇ ਹੀ ਸਭ ਤੋਂ ਹੈਰਾਨੀ ਦੀ ਗੱਲ ਇਸ ਦੌਰਾਨ ਇਹ ਰਹੀ ਕਿ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਨ ਦਾ ਨਾਅਰਾ ਦੇਣ ਵਾਲੀ ਮਾਨ ਸਰਕਾਰ ਵੱਲੋਂ ਖੁਦ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕੀਤਾ ਗਿਆ। ਅੱਜ ਅਸੀਂ ਖੜੇ ਹਾਂ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਬਠਿੰਡਾ, ਜਿੱਥੇ ਅੱਜ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਮੈਗਾ PTM ਹੋ ਰਹੀ ਹੈ। ਤਾਂ ਇਸ PTM 'ਚ ਪੰਜਾਬ ਸਰਕਾਰ ਦਾ ਓਵਰਆਲ ਪੰਜਾਬ 'ਚੋਂ 10 ਲੱਖ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਸਕੂਲ ਵਿਜ਼ਿਟ ਕਰਾਉਣ ਦਾ ਟੀਚਾ ਹੈ। ਤਾਂ ਮੈਂ ਅੱਜ ਸਵੇਰ ਤੋਂ ਹੀ ਇਸ ਸਕੂਲ 'ਚ ਮੌਜੂਦ ਹਾਂ। ਬਠਿੰਡਾ ਸ਼ਹਿਰੀ ਦੇ MLA ਸਰਦਾਰ ਜਗਰੂਪ ਸਿੰਘ ਜੀ ਗਿੱਲ ਵਿਸ਼ੇਸ਼ ਤੌਰ ਤੇ ਇਸ ਮੈਗਾ PTM 'ਚ ਪਹੁੰਚੇ, ਜਿਨ੍ਹਾਂ ਨੇ ਸ਼ੁਰੂ 'ਚ ਹੀ 2023-24 ਦੀ ਜਿਹੜੀ ਦਾਖਲਾ ਮੁਹਿੰਮ ਹੈ ਉਹਦੀ ਸ਼ੁਰੂਆਤ ਕੀਤੀ। ਇਸ ਸੰਸਥਾ ਦਾ ਇੱਕ ਵਿਦਿਆਰਥੀ ਹੈ 10ਵੀਂ ਕਲਾਸ ਦਾ, ਜਿਹਨੇ ਬੈਟਰੀ ਤੇ ਚੱਲਣ ਵਾਲਾ ਜਿਹੜਾ ਸਾਈਕਲ ਹੈ ਉਸ ਨੂੰ ਤਿਆਰ ਕੀਤਾ। ਤਾਂ ਬੱਚਾ ਬੜੇ ਮਿਹਨਤੀ ਪਰਿਵਾਰ 'ਚੋਂ ਹੈ, ਤਾਂ ਸਕੂਲ ਨੇ ਵੀ ਉਹਦੀ ਸਹਾਇਤਾ ਕੀਤੀ ਔਰ ਗਿੱਲ ਸਾਹਿਬ ਨੇ ਵੀ ਉਸ ਨੂੰ 1000 ਰੁਪਇਆ ਜਿਹੜਾ ਨਗਦ ਰਾਸ਼ੀ ਦੇ ਕੇ ਉਸ ਬੱਚੇ ਦੀ ਜਿਹੜੀ ਹੌਸਲਾ ਅਫਜ਼ਾਈ ਹੈ ਉਹ ਕੀਤੀ। ਇਹ ਸੀ ਅੱਜ ਦਾ ਵਿਸ਼ੇਸ਼ ਬੁਲੇਟਿਨ। ਕੱਲ੍ਹ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ ਕੱਲ੍ਹ ਦੀਆਂ ਤਾਜ਼ਾ ਖਬਰਾਂ ਦੇ ਨਾਲ। ਤੇ ਹੁਣ ਲਈ ਦੋ ਸਾਨੂੰ ਇਜਾਜ਼ਤ, ਬਣੇ ਰਹੋ ਅਜੀਤ ਵੈਬ TV ਦੇ ਨਾਲ।